ਸਰਕਾਰ ਨੇ ਬਹੁਤ ਸਾਰੇ ਪ੍ਰੋਗਰਾਮਸ ਇਹੋ ਜਿਹੇ ਚਲਾਏ ਹੋਏ ਨੇ ਜਿੱਥੇ ਇੰਪਲੋਇਰਸ ਨੂੰ ਬਿਨਾਂ LMIA ਤੋਂ ਵੀ ਵਰਕਰਸ ਮੰਗਾਉਣ ਦੀ ਇਜਾਜ਼ਤ ਦਿੱਤੀ ਹੈ। 29 ਇਹੋ ਜਿਹੀਆਂ ਕੰਟਰੀਜ਼ ਦਾ ਪੈਨਲ ਹੈ ਜਿਹਦੇ ਵਿੱਚ ਤੁਸੀਂ ਵਰਕਰਸ ਨੂੰ ਮੰਗਾ ਸਕਦੇ ਹੋ ਬਿਨਾਂ ਕਿਸੇ LMIA ਤੋਂ। ਸਭ ਤੋਂ ਬੜੀ ਗੱਲ ਹੈ ਜਿਹੜਾ $1000 ਫੀਸ ਇੰਪਲੋਇਰ ਨੂੰ ਭਰਨੀ ਪੈਂਦੀ ਹੈ ਪਰ ਵਰਕਰ, ਉਹ ਵੀ ਨਹੀਂ ਭਰਨੀ ਪੈਂਦੀ। ਸਪਾਊਸ ਨੂੰ ਵੀ ਬੁਲਾ ਸਕਦੇ ਨੇ, ਬੱਚਿਆਂ ਨੂੰ ਵੀ ਬੁਲਾ ਸਕਦੇ ਨੇ, ਕੈਨੇਡਾ ਦੇ ਵਿੱਚ ਫ੍ਰੀ ਆ ਕੇ ਪੜ੍ਹ ਸਕਦੇ ਨੇ ਕੈਨੇਡਾ ਦੇ ਵਿੱਚ। ਸਰਕਾਰ ਨੇ ਜਿਹੜਾ ਨਵਾਂ ਅਨਾਊਂਸਮੈਂਟ ਕੀਤੀ ਹੈ ਉਹ ਕੀਤੀ ਹੈ ਵੀ ਸੌਖਾ ਕਰ ਦੇਣਾ LMIA ਹਾਸਿਲ ਕਰਨਾ। LMIA ਦਾ ਹੋਣਾ ਗਾਰੰਟੀ ਨਹੀਂ ਕਰਦਾ ਤੁਹਾਨੂੰ ਵਰਕ ਪਰਮਿਟ ਮਿਲੇ। ਪਰ ਐਗਰੀਕਲਚਰ ਸਟਰੀਮ 'ਚ ਕਿਸੇ ਨੇ ਅਪਲਾਈ ਕਰਨਾ ਤਾਂ ਰਿਕੋਗਨਾਈਜ਼ ਕੀਤਾ ਗਵਰਨਮੈਂਟ ਨੇ ਵੀ ਇਹ ਜਿਹੜੀ ਆਕੂਪੇਸ਼ਨ 'ਚ ਕੈਨੇਡੀਅਨਸ ਕੰਮ ਕਰਨਾ ਪਸੰਦ ਨਹੀਂ ਕਰਦੇ, ਇਸ ਕਰਕੇ ਉਹਨਾਂ ਨੇ ਐਗਜ਼ੈਂਪਸ਼ਨ ਦਿੱਤੀ ਹੈ ਉਹਨਾਂ ਨੂੰ ਵੀ ਤੁਹਾਨੂੰ ਐਡ ਕਰਨ ਦੀ ਕੋਈ ਲੋੜ ਨਹੀਂ, ਸਿੱਧੀ ਐਪਲੀਕੇਸ਼ਨ ਦਾਇਰ ਕਰ ਸਕਦੇ ਹੋ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਕਿਸੇ ਇੰਡੀਵਿਜੂਅਲ ਨੂੰ ਡਾਕੂਮੈਂਟਸ ਦਿੱਤੇ ਤਾਂ ਤੁਹਾਡੇ ਕੋਈ ਬਿਨਾਂ ਜਾਣਕਾਰੀ ਤੋਂ ਕੋਈ LMIA ਲੈ ਜਾਏਗਾ। ਉਹ ਤਾਂ ਹੀ ਸੰਭਵ ਹੈਗਾ ਵੀ ਜੇ ਤੁਸੀਂ ਸਾਰਾ ਐਕਸੈਸ ਇੰਡੀਵਿਜੂਅਲ ਨੂੰ ਦਿੱਤਾ ਹੋਇਆ। ਜਿਹੜੇ ਪਰਮਿਟਸ ਹੁੰਦੇ ਨੇ ਉਹ ਕਿੰਨੇ ਸਾਲਾਂ ਦੇ ਹੁੰਦੇ ਨੇ? 1 ਸਾਲ ਦਾ ਜਾਂ 2 ਸਾਲ ਦਾ? ਪਰਮਿਟਸ ਜਿਹੜੇ ਨੇ ਐਟ ਦ ਮੈਕਸ 3 ਇਅਰਸ ਤੱਕ ਜਾਂਦੇ ਨੇ। ਜੇ ਕੈਨੇਡਾ ਦੀ ਅਨਐਮਪਲੋਇਮੈਂਟ ਰੇਟ 6% ਤੋਂ ਵੱਧ ਜਾਂਦਾ, ਕਈ ਇੰਪਲੋਇਰਸ ਡਿਸਕੁਆਲੀਫਾਈ ਵੀ ਹੋਣ ਲੱਗ ਜਾਂਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ। ਮੈਂ ਜੋਗਰਾਜ ਸਿੰਘ ਕਾਲੋਂ। ਅੱਜ ਸਾਡੇ ਨਾਲ ਇੱਕ ਵਾਰੀ ਫਿਰ ਤੋਂ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ ਨੇ। ਖਹਿਰਾ ਸਾਹਿਬ ਦਾ ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੀ ਹੋਰ ਅਗਲੀ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਖਹਿਰਾ ਸਾਹਿਬ। ਥੈਂਕ ਯੂ। ਖਹਿਰਾ ਸਾਹਿਬ, ਆਪਾਂ ਲਾਸਟ ਪ੍ਰੋਗਰਾਮ ਦੇ ਵਿੱਚ ਨਾ ਆਪਾਂ LMIAs ਦੇ ਨਾਲ ਸੰਬੰਧਿਤ ਗੱਲ ਕੀਤੀ ਸੀ ਕਿ ਬਈ ਬਿਨਾਂ LMIAs ਤੋਂ ਕਿੱਦਾਂ ਕੈਨੇਡਾ ਆਇਆ ਜਾ ਸਕਦਾ, ਜਾਂ ਵਰਕ ਪਰਮਿਟ ਦੇ ਜਦੋਂ ਕੋਈ ਬੰਦਾ ਸੋਚਦਾ ਦੇ ਦਿਮਾਗ 'ਚ ਜਦੋਂ LMIA ਆਉਂਦਾ ਹੈ ਕੀ ਵਰਕ ਪਰਮਿਟ ਦੇ ਉੱਤੇ ਕੈਨੇਡਾ ਬਿਨਾਂ LMIA ਤੋਂ ਵੀ ਪਹੁੰਚਿਆ ਜਾ ਸਕਦਾ, ਜਾਂ ਟਰੱਕ ਡਰਾਈਵਰ ਕਿੱਦਾਂ ਪਹੁੰਚ ਸਕਦੇ ਨੇ, ਜਾਂ ਹੋਰ ਕਿਹੜੀ ਕੰਟਰੀਜ਼ ਦੇ ਲੋਕ ਨੇ ਜਿਨ੍ਹਾਂ ਨੂੰ LMIA ਦੀ ਜ਼ਰੂਰਤ ਨਹੀਂ ਹੈਗੀ। ਉਹਦੇ ਵਿੱਚ ਬੜਿਆਂ ਲੋਕਾਂ ਦੀ ਸ਼ੰਕਾ, ਕੁਝ ਸਵਾਲ ਸੀਗੇ, ਕੰਸਰਨ ਸੀਗੇ, ਕੁਝ ਤੁਸੀਂ ਫੋਲੋ ਬੈਕ ਕੀਤਾ ਹੋਏਗਾ, ਪਰ ਕੁਝ ਜਿਹੜੇ ਸਾਡੇ ਤੱਕ ਪਹੁੰਚੇ ਆਪਾਂ ਉਹਨਾਂ ਨੂੰ ਹੋਰ ਥੋੜੀ ਕਲੈਰਿਟੀ ਇਸ ਪ੍ਰੋਗਰਾਮ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ। LMIA ਪਹਿਲਾਂ ਸਮਝਾਓ, ਹੈ ਕੀ LMIA? ਜੀ LMIA ਹੈਗਾ ਭਾਈ ਜੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ, ਜਿਹੜਾ ਕਿ ESGC ਜਾਂ ਸਰਵਿਸ ਕੈਨੇਡਾ ਇਹਨੂੰ ਇਸ਼ੂ ਕਰਦਾ। ਨਾਓ LMIA ਇਸ਼ੂ ਕਰਨ ਦਾ ਮਤਲਬ ਇਹ ਹੁੰਦਾ ਵੀ ਜਦੋਂ ਵੀ ਕੋਈ ਇੰਪਲੋਇਰ ਕਿਸੇ ਕੈਨੇਡੀਅਨ ਹਾਇਰ ਕਰਨ ਦੀ ਕੋਸ਼ਿਸ਼ ਕਰਦਾ, ਸੋ ਪ੍ਰੋਗਰਾਮ ਦਾ ਮੈਂਡੇਟ ਇਹ ਹੈਗਾ ਵੀ ਜਿਹੜਾ ESGC ਡਿਪਾਰਟਮੈਂਟ ਹੈ ਜਾਂ ਸਰਵਿਸ ਕੈਨੇਡਾ ਦਾ ਸਭ ਤੋਂ ਬੜਾ ਜਿਹੜਾ ਰੋਲ ਹੈ ਇਹਦੇ ਵਿੱਚ ਉਹ ਇਹ ਹੁੰਦਾ ਵੀ ਇਹ ਉਹੀ ਇੰਪਲੋਇਰ ਨੂੰ ਦਿੱਤੀ ਜਾਂਦੀ ਹੈ ਜਿਹੜਾ ਇਹ ਸਾਬਤ ਕਰ ਦਿੰਦਾ ਵੀ ਕੈਨੇਡਾ 'ਚ ਉਹਨਾਂ ਨੂੰ ਜਿਸ ਸੂਟੇਬਲ ਆਕੂਪੇਸ਼ਨ ਦਾ ਇੰਡੀਵਿਜੂਅਲ ਚਾਹੀਦਾ ਸੀਗਾ ਉਹ ਉਹਨਾਂ ਨੂੰ ਨਹੀਂ ਮਿਲਿਆ, ਇਸ ਕਰਕੇ ਉਹ ਜੌਬ ਆਫਰ ਕਿਸੇ ਫੋਰਨ ਨੈਸ਼ਨਲ ਨੂੰ ਐਕਸਟੈਂਡ ਕਰ ਰਹੇ ਨੇ। ਸੋ ਇਹ ਡਿਪਾਰਟਮੈਂਟ ਦਾ ਜਿਹੜਾ ਮੈਂਡੇਟ ਹੈ ਉਹ ਹੈਗਾ ਕੈਨੇਡੀਅਨ ਜੌਬਸ ਦੀ ਪ੍ਰੋਟੈਕਸ਼ਨ ਰੱਖਣਾ, ਤਾਂ ਕਿ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਪਹਿਲੀ ਓਪਰਚੁਨਿਟੀ ਮਿਲੇ ਜੌਬ ਦੀ ਜਾਂ ਪਰਮਨੈਂਟ ਰੈਜ਼ੀਡੈਂਟਸ। ਉਹ ਤੋਂ ਬਾਅਦ ਜਿਹੜਾ ਹੈਗਾ ਇੰਪਲੋਇਰ ਉਹ ਤੋਂ ਬਾਅਦ ਜਾ ਕੇ ਦੇਖੇ ਵੀ ਜੇ ਉਹਨਾਂ ਨੂੰ ਕੈਨੇਡਾ 'ਚ ਕੋਈ ਇੰਡੀਵਿਜੂਅਲ ਨਹੀਂ ਮਿਲਦਾ ਹੈਗਾ ਫਿਰ ਉਹ ਬਾਹਰ ਕਿਸੇ ਨੂੰ ਸਪਾਂਸਰਸ਼ਿਪ ਦੇ ਕੇ ਬੁਲਾ ਸਕਦੇ ਆ। ਸੋ ਜਦੋਂ ਵੀ ਕੋਈ ਇੰਪਲੋਇਰ ਇਹ ਐਪਲੀਕੇਸ਼ਨ ਦਾਇਰ ਕਰਦਾ, LMIA ਦੀ ਐਪਲੀਕੇਸ਼ਨ ਦਾਇਰ ਕਰਦਾ, ਉਹਨੂੰ ਇਹ ਸਾਬਤ ਕਰਨਾ ਪੈਂਦਾ ਵੀ ਉਹਨਾਂ ਨੇ ਇਨਫ ਰਿਕਰੂਟਮੈਂਟ ਐਫਰਟਸ ਕੀਤੇ ਸੀ ਔਰ ਜੇ ਉਹ ਸਫੀਸ਼ੀਐਂਟ ਲੱਗਦੇ ਨੇ ਆਫਿਸਰ ਨੂੰ ਵੀ ਐਫਰਟਸ ਕੀਤੇ ਸੀਗੇ ਰਿਕਰੂਟਮੈਂਟ ਦੇ, ਔਰ ਉਹ ਇੰਪਲੋਇਰ ਨੂੰ ਸੂਟੇਬਲ ਕੈਂਡੀਡੇਟ ਨਹੀਂ ਮਿਲਿਆ ਕੈਨੇਡਾ ਤੋਂ, ਫਿਰ ਹੀ ਇਹ ਜਿਹੜੀ ਐਪਲੀਕੇਸ਼ਨ ਹੈ ਇਹ ਦਿੱਤੀ ਜਾਂਦੀ ਹੈ, ਅਪਰੂਵ ਕੀਤੀ ਜਾਂਦੀ ਹੈ। ਔਰ ਇਹ ਵੀ ਦੇਖਿਆ ਜਾਂਦਾ ਵੀ ਆਉਣ ਵਾਲੇ ਵਿਅਕਤੀ ਕੀ ਟਰਾਂਸਫਰ ਕਰ ਰਹੇ ਆਪਣੀਆਂ ਸਕਿੱਲਸ। ਇਸ ਤੋਂ ਇਲਾਵਾ ਇਹ ਵੀ ਦੇਖਿਆ ਜਾਂਦਾ ਵੀ ਜਿਹੜੀ ਕੈਨੇਡੀਅਨ ਲੇਬਰ ਮਾਰਕੀਟ ਹੈ ਇਹਦੇ ਕੋਈ ਨੈਗੇਟਿਵ ਇੰਪੈਕਟ ਤਾਂ ਨਹੀਂ ਪੈ ਰਿਹਾ। ਜੇ ਉਹ ਪੋਜ਼ੀਟਿਵ ਤੇ ਨਿਊਟਰਲ ਇੰਪੈਕਟ ਪੈ ਰਿਹਾ ਤਾਂ ਫਿਰ ਹੀ ਇਹ ਐਪਲੀਕੇਸ਼ਨ ਨੂੰ ਅਪਰੂਵ ਕੀਤਾ ਜਾਂਦਾ, ਪ੍ਰੋਵਾਈਡਡ ਇੰਪਲੋਇਰ ਦੀਆਂ ਹੋਰ ਵੀ ਐਲੀਜੀਬਿਲਿਟੀ ਜਿਹੜੀਆਂ ਅਸੈਸਮੈਂਟਸ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਬੇਸਿਕ ਨੇ ਵੀ ਫਾਈਨੈਂਸ਼ੀਅਲੀ ਉਹ ਕੈਪੇਬਲ ਹੈ ਇੰਪਲੋਇਰ ਕਿਸੇ ਇੰਪਲੋਈ ਨੂੰ ਹਾਇਰ ਕਰਨ ਦੇ ਲਈ, ਜਾਂ ਪੁਰਾਣੀ ਕੋਈ ਬ੍ਰੀਚ ਤਾਂ ਨਹੀਂ ਐਗਜ਼ਿਸਟ ਕਰਦੀ ਵਗੈਰਾ ਵਗੈਰਾ। ਔਰ ਪਲੱਸ ਜਿਹੜੀ ਹੈ ਗਵਰਨਮੈਂਟ $1000 ਫੀਸ ਵੀ ਚਾਰਜ ਕਰਦੀ ਹੈ ਹਰੇਕ ਆਕੂਪੇਸ਼ਨ ਤੇ, ਨਹੀਂ ਜਿਵੇਂ ਫਾਰਮਰਸ ਨੂੰ ਐਗਜ਼ੈਂਪਸ਼ਨ ਹੈਗੀ ਹੈ ਪਰ ਜੇ ਐਗਰੀਕਲਚਰ ਸਟਰੀਮ ਨੂੰ, ਪਰ ਇਸ ਤੋਂ ਬਿਯੋਂਡ ਜੇ ਤੁਸੀਂ ਕਿਸੇ ਵਰਕਰ ਨੂੰ ਬੁਲਾ ਰਹੇ ਹੋ ਤਾਂ ਇੰਪਲੋਇਰ ਨੂੰ $1000 ਫੀਸ ਵੀ ਭਰਨੀ ਪੈਂਦੀ ਹੈ ਪਰ ਵਰਕਰ। ਓਕੇ ਜੀ, ਅੱਛਾ ਇਹਦੇ ਵਿੱਚ ਕਈ ਵਾਰੀ ਨਾ ਜੈਨੂਇਨਟੀ ਦਾ ਇਸ਼ੂ ਆਉਂਦਾ ਵੀ ਬਈ ਕਿੱਦਾਂ ਕੋਈ ਜਿਹੜਾ ਮੰਨ ਲਓ ਮੈਂ ਆਪਣੀ ਫਾਈਲ ਲਵਾ ਰਿਹਾ, ਮੈਂ ਕਿੱਦਾਂ ਪਤਾ ਕਰ ਸਕਦਾ ਵੀ ਜੋ ਮੇਰਾ ਕੰਮ ਹੋ ਰਿਹਾ ਉਹ ਜੈਨੂਇਨ ਤਰੀਕੇ ਨਾਲ ਹੋ ਰਿਹਾ, ਵਾਕਈ 'ਚ LMIA ਲੱਗ ਰਹੀ ਆ? ਕੁਛ ਉਹਦੇ ਬਾਰੇ ਜੇ ਅਵੇਅਰਨੈਸ ਉਹ ਕਿੱਦਾਂ ਕੀਤੀ ਜਾ ਸਕਦੀ ਹੈ? ਜੀ ਬਿਲਕੁਲ, ਇਹਦੇ ਲਈ ਜਦੋਂ ਤੁਸੀਂ ਐਜ਼ ਐਨ ਇੰਪਲੋਇਰ ਐਪਲੀਕੇਸ਼ਨ ਦਾਇਰ ਕਰਦੇ ਹੋ ਤਾਂ ਪਹਿਲਾਂ ਜਿਹੜੇ ਰਿਕਰੂਟਮੈਂਟ ਐਫਰਟਸ ਹੈ ਇਹ ਤੁਸੀਂ ਸਾਬਤ ਕਰਨੇ ਨੇ, ਜਿਹਦੇ ਲਈ ਤੁਹਾਨੂੰ ਮੈਂਡੇਟਰੀ ਕੁਝ ਰਿਕੁਆਇਰਮੈਂਟਸ ਹੈਗੀਆਂ ਡਿਪੈਂਡਿੰਗ ਔਨ ਕਿਹੜੀ ਜੌਬ ਲਈ ਹਾਇਰ ਕਰ ਰਹੇ ਹੋ। ਕਈ ਜੌਬਸ ਲਈ ਐਗਜ਼ੈਂਪਸ਼ਨ ਹੈ
ਤੁਹਾਨੂੰ ਹਰੇਕ ਜੌਬ ਲਈ ਐਡਵਰਟਾਈਜ਼ ਨਹੀਂ ਕਰਨਾ ਪੈਂਦਾ। ਫੋਰ ਐਗਜ਼ਾਮਪਲ ਐਗਰੀਕਲਚਰ ਸਟਰੀਮ 'ਚ ਕਿਸੇ ਨੇ ਅਪਲਾਈ ਕਰਨਾ ਤਾਂ ਰਿਕੋਗਨਾਈਜ਼ ਕੀਤਾ ਗਵਰਨਮੈਂਟ ਨੇ ਵੀ ਇਹ ਜਿਹੜੀ ਆਕੂਪੇਸ਼ਨ ਹੈ 'ਚ ਕੈਨੇਡੀਅਨਸ ਕੰਮ ਕਰਨਾ ਪਸੰਦ ਨਹੀਂ ਕਰਦੇ, ਇਸ ਕਰਕੇ ਉਹਨਾਂ ਨੇ ਐਗਜ਼ੈਂਪਸ਼ਨ ਦਿੱਤੀ ਹੈ ਉਹਨਾਂ ਨੂੰ ਵੀ ਤੁਹਾਨੂੰ ਐਡ ਕਰਨ ਦੀ ਕੋਈ ਲੋੜ ਨਹੀਂ, ਸਿੱਧੀ ਐਪਲੀਕੇਸ਼ਨ ਦਾਇਰ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਇੰਪਲੋਇਰ ਨੇ ਜਦੋਂ ਐਪਲੀਕੇਸ਼ਨ ਦਾਇਰ ਕਰਦੇ ਹੋ ਤੁਹਾਨੂੰ ਫਾਈਲ ਨੰਬਰ ਵੀ ਆਉਂਦਾ ਔਰ ਅੱਜ ਕੱਲ੍ਹ ਇਹ ਐਪਲੀਕੇਸ਼ਨ ਆਨਲਾਈਨ ਦਾਇਰ ਹੁੰਦੀਆਂ ਨੇ ਜਿੱਥੇ ਤੁਸੀਂ ਆਪਣੇ ਅਕਾਊਂਟ ਤੇ ਐਕਸੈਸ ਕਰ ਸਕਦੇ ਹੋ। ਤਾਂ ਉਸ ਤੋਂ ਬਾਅਦ ਇੰਪਲੋਇਰ ਦੀ ਇੰਟਰਵਿਊ ਵੀ ਹੁੰਦੀ ਹੈ। ਸੋ ਦੇयर ਆਰ ਵੇਰੀਅਸ ਚੈਨਲਸ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਕਿਸੇ ਇੰਡੀਵਿਜੂਅਲ ਨੂੰ ਡਾਕੂਮੈਂਟਸ ਦਿੱਤੇ ਤਾਂ ਤੁਹਾਡੇ ਕੋਈ ਬਿਨਾਂ ਤੁਹਾਡੇ ਜਾਣਕਾਰੀ ਤੋਂ ਕੋਈ LMIA ਲੈ ਜਾਏਗਾ। ਉਹ ਤਾਂ ਹੀ ਸੰਭਵ ਹੈਗਾ ਵੀ ਜੇ ਤੁਸੀਂ ਸਾਰਾ ਐਕਸੈਸ ਇੰਡੀਵਿਜੂਅਲ ਨੂੰ ਦਿੱਤਾ ਹੋਇਆ। ਇਸ ਲਈ ਇੰਪੋਰਟੈਂਟ ਹੁੰਦਾ ਵੀ ਜਿਹੜੇ ਇੰਡੀਵਿਜੂਅਲਸ ਲਾਇਸੈਂਸ ਨੇ ਉਹਨਾਂ ਥਰੂ ਇਹ ਐਪਲੀਕੇਸ਼ਨਸ ਕਰਨੀਆਂ ਚਾਹੀਦੀਆਂ ਨੇ। ਜੇ ਅਨਲਾਇਸੈਂਸ ਤੁਸੀਂ ਕਰਦੇ ਹੋ ਤਾਂ ਇਹ ਰਿਸਕ ਆਲਵੇਜ਼ ਰਹਿੰਦਾ। ਇਸ ਤੋਂ ਇਲਾਵਾ ਜਿਹੜੀ ਗਵਰਨਮੈਂਟ ਹੈ, ਕਿਉਂਕਿ ਤੁਸੀਂ ਆਡਿਟਸ ਲਈ ਵੀ ਜਿਹੜੀ ਹੈ ਤੁਹਾਨੂੰ ਕੱਢਿਆ ਜਾ ਸਕਦਾ, ਤੁਹਾਡੀ ਐਪਲੀਕੇਸ਼ਨ ਨੂੰ ਆਡਿਟ ਕੀਤਾ ਜਾ ਸਕਦਾ। ਖਾਸ ਕਰਕੇ ਪਿਛਲੇ 2 ਸਾਲਾਂ 'ਚ ਜੇ ਤੁਸੀਂ ਐਪਲੀਕੇਸ਼ਨ ਕੋਈ ਦਾਇਰ ਕੀਤੀ ਸੀ LMIA ਦੀ ਤਾਂ ਆਡਿਟਸ ਜਿਹੜੇ ਨੇ ਬਹੁਤ ਕਾਮਨ ਨੇ। ਸੋ ਉਹਦੇ 'ਚ ਇੰਪਲੋਇਰ ਹੀ ਜਵਾਬਦੇਹੀ ਹੈ ਜੇ ਉਹਨਾਂ ਨੇ ਕੋਈ ਪ੍ਰੀਵੀਅਸ ਇਹੀ ਜੀ ਸਪਾਂਸਰਸ਼ਿਪ ਕਰਕੇ ਕਿਸੇ ਇੰਡੀਵਿਜੂਅਲ ਨੂੰ ਬੁਲਾਇਆ ਸੀਗਾ। ਬਟ ਅੱਜ ਕੱਲ੍ਹ ਸਰਕਾਰ ਨੇ ਜਿਹੜਾ ਨਵਾਂ ਅਨਾਊਂਸਮੈਂਟ ਕੀਤੀ ਹੈ ਉਹ ਕੀਤੀ ਹੈ ਵੀ ਹੁਣ ਜਿਹੜੇ ਇੰਪਲੋਇਰਸ ਨੂੰ ਹੀ ਰਿਕੋਗਨਾਈਜ਼ ਕਰ ਰਹੇ ਨੇ ਜਿਨ੍ਹਾਂ ਨੂੰ ਸੌਖਾ ਕਰ ਦੇਣਾ LMIA ਹਾਸਿਲ ਕਰਨਾ, ਜਿਹੜੇ ਨੇ ਪਿਛਲੇ 5 ਸਾਲਾਂ ਦੇ ਵਿੱਚ ਕਦੇ ਵੀ ਜਿਹੜੀ ਹੈ 3 ਵਾਰ ਐਪਲੀਕੇਸ਼ਨ ਸਿਮਿਲਰ ਆਕੂਪੇਸ਼ਨ ਦੀ ਅਪਰੂਵਲ ਲਈ ਹੋਈ ਹੈ। ਅੱਛਾ, ਇਹਦੇ ਵਿੱਚ ਜਿਹੜੇ ਪਰਮਿਟਸ ਹੁੰਦੇ ਨੇ ਉਹ ਕਿੰਨੇ ਸਾਲਾਂ ਦੇ ਹੁੰਦੇ ਨੇ? 1 ਸਾਲ ਦਾ ਜਾਂ 2 ਸਾਲ ਦਾ ਜਾਂ ਵੱਧ ਵੀ ਹੋ ਸਕਦੇ, ਕਿਉਂਕਿ ਨਾਰਮਲੀ 1-2 ਸਾਲ ਦਾ ਹੀ ਸੁਣੀਦਾ ਨਾ। ਜੀ ਬਿਲਕੁਲ, ਪਰਮਿਟਸ ਜਿਹੜੇ ਨੇ ਐਟ ਦ ਮੈਕਸ 3 ਇਅਰਸ ਤੱਕ ਜਾਂਦੇ ਨੇ। ਇਹ ਡਿਪੈਂਡ ਕਰਦਾ ਜਿਹੜਾ ਇੰਪਲੋਇਰ ਹੈ ਜਦੋਂ 3 ਇਅਰਸ ਦਾ ਡਿਮਾਂਡ ਕਰਦਾ ਤਾਂ ਆਫਿਸਰ ਨੇ ਅਸੈਸਮੈਂਟ ਦੇ ਵਿੱਚ ਇਹ ਦੇਖਣਾ ਹੁੰਦਾ ਵੀ ਆਉਣ ਵਾਲੇ 3 ਸਾਲਾਂ ਦੇ ਵਿੱਚ ਕੋਈ ਕੈਨੇਡੀਅਨ ਲੇਬਰ ਮਾਰਕੀਟ ਤੇ ਕੁਝ ਇੰਪੈਕਟ ਪਏਗਾ। ਔਰ ਇਹ ਸਾਰਾ ਕੁਝ ਜਿਹੜੀ ਐਨਾਲਿਸਿਸ ਹੈ ਇਹ ਡਿਪੈਂਡ ਕਰਦਾ ਇੱਕ ਟਿਪਿੰਗ ਪੁਆਇੰਟ ਹੈ। ਉਹ ਟਿਪਿੰਗ ਪੁਆਇੰਟ ਹੈਗਾ ਜੇ ਕੈਨੇਡਾ ਦੀ ਅਨਐਮਪਲੋਇਮੈਂਟ ਰੇਟ 6% ਤੋਂ ਵੱਧ ਜਾਂਦਾ ਤਾਂ ਫਿਰ ਅਸੈਸਮੈਂਟ ਦੀ ਜਿਹੜੀ ਕ੍ਰਾਈਟੇਰੀਆ ਹੈਗਾ ਉਹ ਬਿਲਕੁਲ ਵੱਖਰਾ ਹੋ ਜਾਂਦਾ। ਕਈ ਇੰਪਲੋਇਰਸ ਡਿਸਕੁਆਲੀਫਾਈ ਵੀ ਹੋਣ ਲੱਗ ਜਾਂਦੇ ਨੇ ਜਾਂ ਉਹਨਾਂ ਤੇ ਰਿਸਟ੍ਰਿਕਸ਼ਨਸ ਲੱਗ ਜਾਂਦੀਆਂ ਨੇ ਵੀ ਕਿੰਨੇ ਵਿਅਕਤੀਆਂ ਨੂੰ ਸਪਾਂਸਰ ਕਰ ਸਕਦੇ ਨੇ। ਪਰ ਜੇ ਉਹ ਅਨਐਮਪਲੋਇਮੈਂਟ ਰੇਟ 6% ਤੋਂ ਘੱਟ ਰਹਿੰਦਾ ਫਿਰ ਇੰਪਲੋਇਰਸ ਕੋਲ ਜਿਹੜੀ ਸਿਲੈਕਸ਼ਨ ਕ੍ਰਾਈਟੇਰੀਆ ਹੈਗਾ ਵਰਕਰਸ ਨੂੰ ਪਲੱਸ LMIA ਐਪਲੀਕੇਸ਼ਨ ਦੀ ਅਸੈਸਮੈਂਟ ਦਾ ਉਹ ਬਿਲਕੁਲ ਵੱਖਰਾ ਹੋ ਜਾਂਦਾ। ਉਹ ਥੋੜ੍ਹਾ ਹੋਰ ਸੌਖਾ ਹੋ ਜਾਂਦਾ ਇੰਪਲੋਇਰਸ ਨੂੰ ਕਿਸੇ ਵਿਅਕਤੀ ਨੂੰ ਕੈਨੇਡਾ ਤੋਂ ਬਾਹਰ ਤੋਂ ਮੰਗਵਾਉਣਾ। ਅੱਛਾ, ਉਹ ਤਾਂ ਵੱਖਰਾ ਆ ਜਾਂਦਾ। ਅੱਛਾ, ਹੋਰ ਇਹਦੇ ਵਿੱਚ ਜੇ ਆਪਾਂ LMIs ਨੂੰ ਹੋਰ ਦੇਖਣਾ ਹੋਏ, ਇਹ ਕੁਝ ਕੰਟਰੀਜ਼ ਜਿੱਦਾਂ ਆਪਾਂ ਪਿਛਲੀ ਵੀ ਗੱਲ ਕੀਤੀ ਸੀ ਵੀ ਉਹ ਬਿਨਾਂ LMIA ਤੋਂ ਕਿੱਦਾਂ ਆਇਆ ਜਾ ਸਕਦਾ, ਉਹ ਕਿੱਦਾਂ ਉਹਦੇ ਬਾਰੇ ਇੱਕ ਵਾਰੀ ਫਿਰ ਸਾਨੂੰ ਕਲੈਰਿਟੀ ਕਰ ਦਿਓ ਵੀ ਉਹਦੇ ਵਿੱਚ ਸਰਟਨ ਕੰਟਰੀਜ਼ ਨੇ ਜਾਂ ਕੋਈ ਕਿਤੋਂ ਵੀ ਆ ਸਕਦਾ। ਨਹੀਂ, ਬਿਲਕੁਲ, ਜਿਹੜੀ ਇੰਡੀਵਿਜੂਅਲ ਜਦੋਂ ਇੰਪਲੋਇਰ ਕਿਸੇ ਨੂੰ ਸਪਾਂਸਰਸ਼ਿਪ ਦਾਇਰ ਕਰਦਾ ਆਮ ਕਰਕੇ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਜਦੋਂ ਵੀ ਤੁਸੀਂ ਕਿਸੇ ਵਰਕਰ ਨੂੰ ਬੁਲਾਉਣਾ ਹੈ ਇਮੀਡੀਏਟਲੀ ਉਹ ਕਿਹਾ ਜਾਂਦਾ ਤੁਸੀਂ LMIA ਹਾਸਿਲ ਕਰੋ। ਸਰਕਾਰ ਨੇ ਬਹੁਤ ਸਾਰੇ ਪ੍ਰੋਗਰਾਮਸ ਇਹੋ ਜਿਹੇ ਚਲਾਏ ਹੋਏ ਨੇ ਜਿੱਥੇ ਇੰਪਲੋਇਰਸ ਨੂੰ ਬਿਨਾਂ LMIA ਤੋਂ ਵੀ ਵਰਕਰਸ ਮੰਗਾਉਣ ਦੀ ਇਜਾਜ਼ਤ ਦਿੱਤੀ ਹੈ। ਉਹਦੇ 'ਚ 29 ਇਹੋ ਜਿਹੀਆਂ ਕੰਟਰੀਜ਼ ਦਾ ਪੈਨਲ ਹੈ ਜਿਹਦੇ ਵਿੱਚ ਤੁਸੀਂ ਵਰਕਰਸ ਨੂੰ ਮੰਗਾ ਸਕਦੇ ਹੋ ਬਿਨਾਂ ਕਿਸੇ LMIA ਤੋਂ। ਇਸ ਤੋਂ ਇਲਾਵਾ ਜਿਹੜੇ ਉਹਨਾਂ ਨੂੰ ਪਰਮਿਟਸ ਇਸ਼ੂ ਕੀਤੇ ਜਾਂਦੇ ਨੇ ਇੰਪਲੋਇਰ ਸਪੈਸੀਫਿਕ ਪਰਮਿਟਸ ਨੇ ਵੀ ਜਦੋਂ ਕੋਈ ਵਿਅਕਤੀ ਕੈਨੇਡਾ ਦੇ ਵਿੱਚ ਦਾਖਲ ਹੋਏਗਾ ਤਾਂ ਫਿਰ ਉਹਨਾਂ ਨੂੰ ਜਿਹੜਾ ਪਰਮਿਟ ਇਸ਼ੂ ਕੀਤਾ ਜਾਊਗਾ ਉਸ ਪਰਟੀਕੂਲਰ ਇੰਪਲੋਇਰ ਦੇ ਨਾਲ ਕੰਮ ਕਰਨ ਲਈ ਹੀ ਇਜਾਜ਼ਤ ਦਿੱਤੀ ਜਾਏਗੀ। ਉਹ ਇਹ ਨਹੀਂ ਹੈਗਾ ਵੀ ਕਿਸੇ ਓਪਨ ਪਰਮਿਟ ਤੇ ਕੈਨੇਡਾ ਦੇ ਵਿੱਚ ਦਾਖਲ ਹੋਊਗਾ। ਸਭ ਤੋਂ ਬੜਾ ਬੈਨੀਫਿਟ ਇਹਦੇ 'ਚ ਹੁੰਦਾ ਬਾਈ ਜੀ ਵੀ ਤੁਹਾਨੂੰ ਇੱਕ ਤਾਂ ਕੋਈ ਐਡਵਰਟਾਈਜ਼ ਨਹੀਂ ਕਰਨਾ ਪੈਂਦਾ, ਤੁਹਾਨੂੰ ਕੋਈ ਜੌਬ ਬੈਂਕ ਤੇ ਅਕਾਊਂਟ ਜਾਂ ਆਪਣੀ ਜਿਹੜੀ ਅਕਾਊਂਟ ਐਸਟੈਬਲਿਸ਼ ਨਹੀਂ ਕਰਨਾ ਪੈਂਦਾ। ਇਸ ਤੋਂ ਇਲਾਵਾ ਤੁਸੀਂ ਕਿਸੇ ਕਿਸਮ ਦੀ ਜਿਹੜੇ ਆਡਿਟਸ ਨੇ ਜਿਹਦੇ ਵਿੱਚ ਤੁਸੀਂ ਫੇਲ ਹੋ ਸਕਦੇ ਹੋ ਜਾਂ ਤੁਹਾਨੂੰ ਆਡਿਟ ਕੀਤਾ ਜਾ ਸਕਦਾ ਉਹਦੇ 'ਚ ਤੁਹਾਨੂੰ ਕਾਫੀ ਇਹਦੇ 'ਚ ਰਾਇਤਾਂ ਨੇ। ਇਸ ਤੋਂ ਇਲਾਵਾ ਸਭ ਤੋਂ ਬੜੀ ਗੱਲ ਹੈ ਜਿਹੜਾ $1000 ਫੀਸ ਇੰਪਲੋਇਰ ਨੂੰ ਭਰਨੀ ਪੈਂਦੀ ਹੈ ਪਰ ਵਰਕਰ, ਉਹ ਵੀ ਨਹੀਂ ਭਰਨੀ ਪੈਂਦੀ। ਉਹਦੇ ਨਾਲ ਕੀ ਹੁੰਦਾ ਜਿਹੜਾ ਕਾਫੀ ਲੰਬਾ ਸਮਾਂ ਇੰਪਲੋਇਰ ਦਾ ਬਚਦਾ। ਜੇ ਕਿਸੇ ਟਰੱਕਿੰਗ ਕੰਪਨੀ ਨੇ ਕਿਸੇ ਨੂੰ ਸਪਾਂਸਰ ਕਰਨਾ ਬਿਨਾਂ LMIA ਤੋਂ ਬਜਾਏ ਕਿ ਉਹ ਇਹੋ ਜਿਹੀ ਕੰਟਰੀ ਤੋਂ ਵਰਕਰ ਸਿਲੈਕਟ ਕਰ ਰਿਹਾ ਜਿੱਥੇ LMIA ਦੀ ਰਿਕੁਆਇਰਮੈਂਟ ਹੈ ਤਾਂ ਉਹਦਾ ਕੇਸ ਆਟੋਮੈਟਿਕਲੀ 6 ਮਹੀਨੇ ਪਿੱਛੇ ਚਲਾ ਗਿਆ। ਜੇ ਕੋਈ ਇਹੋ ਜਿਹਾ ਇੰਪਲੋਇਰ ਹੈਗਾ ਜਿਹਨੂੰ ਵਰਕਰਸ ਦੀ ਵਾਕਈ ਜ਼ਰੂਰਤ ਹੈ ਤਾਂ ਉਹ ਸਿਰਫ ਜੌਬ ਆਫਰ ਦੇ ਬੇਸ ਤੇ ਜਿਵੇਂ ਕੈਨੇਡੀਅਨ ਨੂੰ ਹਾਇਰ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਜਿਹੜਾ ਹੈਗਾ ਐਪਲੀਕੇਸ਼ਨ ਦਾਇਰ ਕਰਨੀ ਹੈ ਉਹਨਾਂ ਨੇ ਸਿਰਫ ਜੌਬ ਆਫਰ ਦੇ ਬੇਸ ਤੇ ਔਰ ਉਸ ਦੇ ਬੇਸਿਸ ਤੇ ਜਿਹੜਾ ਫੋਰਨ ਵਰਕਰਾਂ ਨੂੰ ਵਰਕ ਪਰਮਿਟ ਮਿਲ ਜਾਣਾ ਔਰ ਕੈਨੇਡਾ ਦੇ ਵਿੱਚ ਉਹ ਦਾਖਲ ਹੋ ਜਾਣਗੇ। ਔਰ ਇਹਦੇ ਨਾਲ ਜਿਹੜੀਆਂ ਬਾਕੀ ਪ੍ਰਿਵਿਲੇਜਸ ਨੇ ਉਹ ਵੀ ਅਟੈਚ ਹੋਣਗੀਆਂ। ਜਿਵੇਂ ਇਹ ਜਿਹੜੇ ਵਰਕਰਸ ਨੇ ਆਪਣੇ ਸਪਾਊਸ ਨੂੰ ਵੀ ਬੁਲਾ ਸਕਦੇ ਨੇ, ਇਹ ਆਪਣੇ ਬੱਚਿਆਂ ਨੂੰ ਵੀ ਬੁਲਾ ਸਕਦੇ ਨੇ ਕੈਨੇਡਾ ਦੇ ਵਿੱਚ, ਉਹ ਫ੍ਰੀ ਆ ਕੇ ਪੜ੍ਹ ਸਕਦੇ ਨੇ ਕੈਨੇਡਾ ਦੇ ਵਿੱਚ। ਸੋ ਇਹ ਇੱਕ ਇੰਪਲੋਇਰ ਲਈ ਬਹੁਤ ਬੜੀ ਸਹੂਲਤ ਹੈ ਜਿਹੜੀ ਸਰਕਾਰ ਨੇ ਦਿੱਤੀ ਹੋਈ ਹੈ। ਇਹ ਇੰਪੋਰਟੈਂਟ ਹੈ ਜਾਣਨਾ ਇੰਡੀਵਿਜੂਅਲ ਦਾ ਵੀ ਬਿਨਾਂ LMIA ਤੋਂ ਕੈਨੇਡਾ ਵਰਕਰ ਕਿਵੇਂ ਲਿਆਂਦਾ ਜਾਵੇ।
ਇਹ ਸਭ ਤੋਂ ਬੜਾ ਜਿਹੜਾ ਕੁਐਸਚਨ ਹੋਣਾ ਚਾਹੀਦਾ। ਔਰ ਇਹਦੇ ਲਈ ਅਸੀਂ ਕਾਫੀ ਸਾਲਾਂ ਤੋਂ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ। ਐਨੀ ਟਾਈਮ ਸਾਡੇ ਆਫਿਸ ਨੂੰ ਕਾਲ ਕਰਕੇ ਇਹਦੀ ਜਾਣਕਾਰੀ ਲਈ ਜਾ ਸਕਦੀ ਹੈ। ਬਿਲਕੁਲ। ਅੱਛਾ, ਇਹਦੇ ਵਿੱਚ ਜਦੋਂ ਕੋਈ ਬੰਦੇ ਨੇ LMI ਲੈਣੀ ਹੁੰਦੀ ਹੈ, ਕੋਈ ਇਦਾਂ ਦੀ ਕੈਟੇਗਰੀਜ਼ ਹੈ ਵੀ ਇਹਨਾਂ ਕੈਟੇਗਰੀਜ਼ ਦੀ LMI ਹੈ ਸੌਖੀ ਜਾਂ ਵੀਜ਼ਾ ਸੌਖਾ ਮਿਲ ਜਾਂਦਾ ਜੇ ਅਸੀਂ ਇਸ ਕੈਟੇਗਰੀ ਦੀ LMI ਲਵਾਂਗੇ? ਕਿਉਂਕਿ ਇਦਾਂ ਵੀ ਕਈ ਵਾਰੀ ਸੁਣਨ ਨੂੰ ਮਿਲਦਾ ਹੈ, ਕਿਉਂਕਿ ਕੋਈ ਨਾ ਕੋਈ ਦੱਸ ਦਿੰਦਾ, ਕੋਈ ਮਿਸ ਇਨਫੋਰਮੇਸ਼ਨ ਦੇ ਦਿੰਦਾ। ਕੀ ਅਜਿਹੀਆਂ ਕੋਈ ਕੈਟੇਗਰੀਜ਼ ਹੈਗੀਆਂ ਨੇ? ਨਹੀਂ ਬਾਈ ਜੀ, ਅਸੈਸਮੈਂਟ ਦਾ ਕ੍ਰਾਈਟੇਰੀਆ ਸੇਮ ਰਹਿੰਦਾ। ਜਦੋਂ ਤੁਸੀਂ LMI ਹਾਸਿਲ ਕਰਦੇ ਹੋ, ਸਭ ਤੋਂ ਜ਼ਰੂਰੀ ਇੰਪੋਰਟੈਂਟ ਚੀਜ਼ ਇਹ ਹੈਗੀ ਹੈ ਵੀ LMI ਦਾ ਹੋਣਾ ਗਾਰੰਟੀ ਨਹੀਂ ਕਰਦਾ ਤੁਹਾਨੂੰ ਵਰਕ ਪਰਮਿਟ ਮਿਲੇ। ਵਰਕ ਪਰਮਿਟ ਦੀ ਅਸੈਸਮੈਂਟ ਕੰਪਲੀਟਲੀ ਇੱਕ ਵੱਖਰਾ ਡਿਪਾਰਟਮੈਂਟ ਕਰਦਾ ਹੀ, ਜਿਹੜਾ IRCC ਹੈ, ਇਮੀਗ੍ਰੇਸ਼ਨ ਦਾ ਡਿਪਾਰਟਮੈਂਟ ਹੈ, ਉਹਦੀ ਅਸੈਸਮੈਂਟ ਕਰਦਾ। ਸੋ ਸਰਵਿਸ ਕੈਨੇਡਾ ਦਾ ਰੋਲ ਸਿਰਫ ਇੱਥੇ ਤੱਕ ਹੁੰਦਾ ਵੀ ਉਹਨਾਂ ਨੇ ਰਿਕੋਗਨਾਈਜ਼ ਕਰਨਾ ਵੀ ਜਿਹੜੀ ਜੌਬ ਹੈ ਉਹ ਕੈਨੇਡੀਅਨਸ ਨੂੰ ਪਹਿਲਾਂ ਮਿਲੀ ਸੀ ਔਰ ਉਹਨਾਂ ਨੇ ਕੈਨੇਡੀਅਨ ਜੌਬ ਨੂੰ ਪ੍ਰੋਟੈਕਟ ਕਰਕੇ ਰੱਖਣਾ। ਸੋ ਜਦੋਂ ਤੁਹਾਨੂੰ ਕੋਈ ਪੋਜ਼ਿਟਿਵ LMI ਹੈ ਜਾਂ ਨਿਊਟਰਲ LMI ਹੈ ਮਿਲ ਜਾਂਦੀ ਹੈ, ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਵਰਕ ਪਰਮਿਟ ਐਪਲੀਕੇਸ਼ਨ ਦਾਇਰ ਕਰਦੇ ਹੋ ਨਾ, ਆਫਿਸਰ ਤੁਹਾਨੂੰ ਕਈ ਰੀਜ਼ਨਸ ਕਰਕੇ ਰੋਕ ਸਕਦਾ ਨਾ। ਜਿਹੜਾ ਤੁਸੀਂ ਕੁਐਸਚਨ ਕੀਤਾ ਵੀ ਕੋਈ ਇਹੋ ਜਿਹੀ LMI ਜਿਹਦੇ ਨਾਲ ਮੇਰਾ ਸਕਸੈਸ ਦਾ ਚਾਂਸਸ ਵੱਧਦਾ, ਯੈਸ, ਜਿਹੜੀ ਡਿਊਲ ਇੰਟੈਂਟ ਦੀਆਂ ਐਪਲੀਕੇਸ਼ਨਸ ਨੇ ਉਹਨਾਂ ਵਿੱਚ ਬਿਲਕੁਲ ਜਿਹੜਾ ਸਕਸੈਸ ਰੇਟ ਆ ਬਹੁਤ ਹਾਈ ਹੈ। ਇਸ ਤੋਂ ਇਲਾਵਾ ਜਿਹੜੀਆਂ ਲੋ ਸਕਿੱਲ ਐਪਲੀਕੇਸ਼ਨਸ ਨੇ ਉਹਨਾਂ 'ਚ ਕਈ ਵਾਰ ਚੈਲੰਜ ਹੁੰਦਾ ਵੀ ਵਰਕਰ ਇਹ ਸਾਬਤ ਨਹੀਂ ਕਰ ਪਾਉਂਦਾ ਵੀ ਉਹ ਟੈਂਪਰੇਰੀ ਕੈਨੇਡਾ ਦੇ ਵਿੱਚ ਚੱਲਿਆ, ਉਸ ਤੋਂ ਬਾਅਦ ਉਹ ਕੈਨੇਡਾ ਨੂੰ ਛੱਡ ਕੇ ਚਲਾ ਜਾਏਗਾ। ਪਰ ਇਹਨੂੰ ਵੀ ਓਵਰਕਮ ਕਰਨ ਲਈ ਤੁਹਾਡੇ ਕੋਲ ਕਾਫੀ ਕੇਸ ਲਾਜ਼ ਨੇ ਜਿਹਦੇ ਨਾਲ ਤੁਸੀਂ ਐਸਟੈਬਲਿਸ਼ ਕਰ ਸਕਦੇ ਹੋ। ਐਜ਼ ਅ ਸਰਟੀਫਾਈਡ ਕੰਸਲਟੈਂਟ ਸਾਡਾ ਰੋਲ ਹੁੰਦਾ ਵੀ ਕੇਸ ਨੂੰ ਪਹਿਲਾਂ ਦੇਖਣਾ ਵੀ ਇੰਡੀਵਿਜੂਅਲ ਦੇ ਕੋਲ ਕੀ ਕ੍ਰੈਡੈਂਸ਼ੀਅਲਸ ਨੇ ਔਰ ਕੀ ਉਹ LMI ਦੀ ਰਿਕੁਆਇਰਮੈਂਟਸ ਨੂੰ ਮੀਟ ਕਰਦਾ, ਨੰਬਰ 1। ਸੈਕਿੰਡ, ਉਹ ਕਿਸ ਤਰ੍ਹਾਂ ਸਾਬਤ ਕਰੂਗਾ ਆਪਣਾ ਇੰਟੈਂਟ ਵੀ ਉਹ ਕੈਨੇਡਾ ਜਾ ਕੇ ਵਾਪਸ ਆਏਗਾ। ਸੋ ਇਹ ਸਾਰੀ ਜਦੋਂ ਚੀਜ਼ ਆਪਾਂ ਸਬਮਿਸ਼ਨ ਦੇ ਰਾਹੀਂ ਐਕਸਪ੍ਰੈਸ ਕਰਦੇ ਆ ਤਾਂ ਜਿਹੜਾ ਸਕਸੈਸ ਰੇਟ ਆਟੋਮੈਟਿਕਲੀ ਵੱਧ ਜਾਂਦਾ। ਨਾ ਕਿਸੇ ਵਜ੍ਹਾ ਕਰਕੇ ਜੇ ਆਫਿਸਰ ਤੁਹਾਡਾ ਸਬਮਿਸ਼ਨ ਨੂੰ ਰਿਵਿਊ ਨਾ ਕਰੇ, ਸਬਮਿਸ਼ਨ ਤੇ ਗੌਰ ਨਾ ਕਰੇ, ਤੁਹਾਡੀ ਐਪਲੀਕੇਸ਼ਨ ਨੂੰ ਬਿਨਾਂ ਦੇਖੇ ਰਿਜੈਕਟ ਕਰ ਦੇ, ਤਾਂ ਯੈਸ ਤੁਹਾਡੇ ਕੋਲ ਅਪੀਲ ਦਾ ਰਾਈਟ ਵੀ ਹੁੰਦਾ। ਉਹਦੇ ਲਈ ਵੀ ਜਿਹੜਾ ਇੰਡੀਵਿਜੂਅਲ ਹੈ ਓਪਨ ਮਾਈਂਡਡ ਹੋਣਾ ਚਾਹੀਦਾ। ਇਹ ਕੁਐਸਚਨ ਤੁਸੀਂ ਆਪਣੇ ਜਿਹੜੇ ਥਰਡ ਪਾਰਟੀ ਹੈ ਜਾਂ ਕੰਸਲਟੈਂਟ ਹੈ ਉਹਨਾਂ ਨੂੰ ਕਰੋ ਵੀ ਕੀ ਅਸੀਂ ਫਿਊਚਰ 'ਚ ਅਪੀਲ ਕਰ ਸਕਦੇ ਹਾਂ ਔਰ ਕਿਹੜੀਆਂ ਕੰਪਨੀਆਂ ਨੇ ਜਿਹੜੀਆਂ ਅਪੀਲ ਕਰਦੀਆਂ ਨੇ, ਤਾਂ ਕਿ ਉਹਨਾਂ ਕੋਲ ਇਹਦੀ ਜਾਣਕਾਰੀ ਹੈ ਜਿਹੜੀ ਵਨ ਸਟਾਪ ਸ਼ਾਪ ਹੁੰਦੀ ਹੈ, ਜਿੱਥੇ ਇੱਕੋ ਜਗ੍ਹਾ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਹੈ, ਬਜਾਏ ਤੁਸੀਂ ਇੱਕ ਵੱਖਰੇ ਆਫਿਸ ਤੋਂ ਐਪਲੀਕੇਸ਼ਨ ਕਰਦੇ ਹੋ ਫਿਰ ਇੱਕ ਵੱਖਰੇ ਆਫਿਸ 'ਚ ਜਾ ਕੇ ਤੁਸੀਂ ਅਪੀਲ ਦਾਇਰ ਕਰਨ ਜਾਂਦੇ ਹੋ। ਬਿਲਕੁਲ ਠੀਕ। ਖੈਰ ਸਾਹਿਬ, ਅੱਜ ਲਈ ਤੁਹਾਡਾ ਬਹੁਤ ਧੰਨਵਾਦ, ਸਮਾਂ ਪੂਰਾ ਹੋ ਗਿਆ। ਥੈਂਕ ਯੂ, ਸ਼ੁਕਰੀਆ। ਸੋ ਇਸ ਸਨ CWC ਇਮੀਗ੍ਰੇਸ਼ਨ ਤੋਂ ਅਮਨ ਖਹਿਰਾ, ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।